ये आ रहे हैं। लाइट बड़ा तंग करी गोले ਤੁਹਾਨੂੰ ਨਹੀਂ ਨੇ ਲਾ ਕੇ ਦਿੱਤੇ ਉਹਨਾਂ जी ਗੋਲ ਤਾਰ ਲਾਉਂਦੇ ਨੇ ਨਾ ਹੁਣ ਪੂਰੇ ਲਾਹੌਰ ਚ और भाई लाई गई लाई हो ਤੁਹਾਨੂੰ ਤੇ ਮੇਰੇ ਨਾਲ ਲਾਣੇ ਨਹੀਂ ਲਾ ਕੇ ਦਿੱਤੀ साड़ी खंबे ला दी ने तो खंबे ते गोल लगन दे ਅੱਛਾ 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 ਉਸਤਾਦ ਜੀ ਜਿਹੜਾ ਮੋਹਰਿਆਂ ਦਾ ਕੰਮ ਕਰਦੇ ਹੋ ਇਹ ਕਿੰਨੇ ਕੋ ਸਿੱਖਿਆ ਸੀ ਜੀ ये साड़ा खांदे ने ਖਾਂਦਾ ਨਹੀਂ ਵਾਲਾ ਸਾਹਿਬ ਕੋ ਆਇਆ ਕਿੰਨੀ ਦੇਰ ਹੋ ਗਈ ਜੇ ਕਰਦੇ ਆ मस्जिद में होश वाली 440 ਵੈਸੇ ਮੋਹਰਿਆਂ ਦੀ ਕੀ ਵਜ੍ਹਾ ਹੁੰਦੀ ਹੈ वो वजह होंदी है मोरे कमजोर हो गए ने पट्ठे कमजोर हो गए ने एक सूट आ गए पट्ठे कमजोर हो गए मोरे ढीले हो जाएंगे ਅੱਛਾ ਅੱਛਾ शुरू हो जो स्पेस है पता ही दर्ज जाएगी आवाज में मरीज की अपनी कंडीशन होती है वो तो ਹੋ ਗਈ ਲਾਈਟ ਉਹ ਆ ਗਈ नहीं चल रहा ਚੱਲਦਾ ਬੰਦ ਜੀ अस्सलाम वालेकुम उस्ताद जी जी वाह उस्ताद जी की हाल चाल है अल्लाह दी रहमत ਅੱਛਾ ਉਸਤਾਦ ਜੀ ਪਹਿਲਾ ਸੈਗਮੈਂਟ ਤੇ ਚਲੋ ਕਬੂਤਰਾਂ ਦੇ ਹਵਾਲੇ ਨਾਲ ਸੀ ਹੁਣ ਕੋ ਥੋੜਾ ਜਿਹਾ ਸਾਨੂੰ ਕਬੂਤਰ ਉਡਾਨ ਦੇ ਹਵਾਲੇ ਨਾਲ ਤੇ ਕੋਈ ਰਹਿਨਮਾਈ ਫਰਮਾਓ ਉਮੂਮਨ ਹੁਣ ਮੌਸਮ ਚੱਲਦਾ ਹੈ ਵੈਸੇ ਚਲੋ ਸ਼ੁਰੂ ਤੋਂ ਕਰ ਲੈਨੇ ਆ ਥੋੜਾ ਜਿਹਾ ਮੇਰੇ ਕੋਲ ਬੈਟਰੀ ਥੋੜੀ ਤੇ ਸ਼ੁਰੂ ਤੋਂ ਥੋੜੀ ਜਿਹੀ ਸ਼ੁਰੂ ਕਰਨੇ ਆ ਚਲੋ ਉਸਤਾਦ ਜੀ ਕਬੂਤਰ ਪਰ ਪਟਾਈ ਤੋਂ ਲੈ ਕੇ ਆਗਾਜ਼ ਹੁੰਦਾ ਮੇਰਾ ਅਕਸਰ ਹੀ ਗੱਲ ਗੁਫ਼ਤਗੂ ਕਰਨਾ ਤੇ ਉਸਤਾਦ ਜੀ ਜਦੋਂ ਪਰ ਪਟਾਈ ਕਰਨੀ ਹੁੰਦੀ ਪਰ ਪਟਾਈ ਤੋਂ ਪਹਿਲਾਂ ਕਬੂਤਰਾਂ ਨਾਲ ਕੁਝ ਕਰਦੇ ਹੋ ਕੋਈ ਡਿਵਰਮਿੰਗ ਕੁਝ ਪਾਣੀ ਜ਼ਾਹਰ ਉਹ ਦਾ ਤਰੀਕਾਕਾਰ ਹੁੰਦਾ ਹੈ ਕਿ ਤੁਸੀਂ ਉਹਨਾਂ ਦੀ ਕੀੜਿਆਂ ਦੀ ਦਵਾ ਦਿਓ ਠੀਕ ਹੈ ਉਹਨਾਂ ਦੇ ਉਸ ਤੋਂ ਬਾਅਦ ਕਬੂਤਰਾਂ ਨੂੰ ਤੁਸੀਂ ਮਤਲਬ ਕਿ ਬੰਨ੍ਹ ਕੇ ਥੋੜੇ ਜਿਹਾ ਗੇੜ ਲਵੋ ਜੋ ਮੇਰੇ ਤਰੀਕੇ ਨਾਲ ਜੋ ਮੈਂ ਕਰਦਾ ਪਟਾਈ ਤੋਂ ਪਹਿਲਾਂ ਪਟਾਈ ਦੇ ਪਹਿਲਾਂ ਕਬੂਤਰ ਅਸੀਂ ਫਿਰ ਜਿਹੜੇ ਮਤਲਬ ਕਿ ਕੋਣਾ ਅੰਦਰ ਪੈ ਦਿੰਦੇ ਜਦੋਂ ਸਰਦੀਆਂ 'ਚ ਹੁੰਦੇ ਨੇ ਉਹ ਫਿਰ ਕਬੂਤਰ ਥੋੜੇ ਜਿਹੇ 2-4 ਘੰਟੇ ਫਿਰ ਇੱਕ ਦਫਾ ਡਾਲੀ ਦੇ ਠੀਕ ਹੈ ਜਦੋਂ ਕਬੂਤਰ ਆਪਣਾ ਕੁੱਟਾ ਛੁੱਟਾ ਫਿਰ ਹਵਾ ਕਰ ਜਾਂਦੇ ਫਿਰ ਉਸ ਤੋਂ ਬਾਅਦ ਕਬੂਤਰ ਕੀੜਿਆਂ ਦੀ ਦਵਾਈ ਦੇ ਕੇ ਤੇ ਫਿਰ ਉਹਨਾਂ ਫੁੱਟਦੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਅੱਛੀ ਉਹਨਾਂ ਖੁਰਾਕ ਦਿਓ ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦਾਣਾ ਪਹਿਲੇ ਜਿੰਨੇ ਦੇ ਤੁਹਾਡੇ ਕਬੂਤਰ ਮਤਲਬ ਕਿ ਇੰਚੀ ਦੇ ਪਾਰ ਨਹੀਂ ਨਾ ਕੱਢ ਲੈਂਦੇ ਕੋਸ਼ਿਸ਼ ਕਰੋ ਕਿ ਦਾਣਾ ਹੈਵੀ ਨਾ ਦਿਓ ਜੇ ਤੁਸੀਂ ਅਗਰ ਦਾਣਾ ਹੈਵੀ ਦਿਓਗੇ ਨਾ ਯਾਨੀ ਕਿ ਬਹੁਤ ਤਾਕਤ ਵਾਲਾ ਤੇ ਫਿਰ ਉਹਦੇ ਚ ਤੁਹਾਡੇ ਪਰ ਕਬੂਤਰ ਬਰੀਕ ਕਰ ਜਾਣਗੇ ਜ਼ੋਰ ਨਾਲ ਪਰ ਕੱਢਣਗੇ ਕਬੂਤਰ ਪਰ ਕਮ ਤੋਂ ਕਮ ਇੰਚੀ 1.5 ਇੰਚੀ ਕਬੂਤਰ ਪਰ ਬਾਹਰ ਆ ਜਾਣ ਉਸ ਤੋਂ ਬਾਅਦ ਤੁਸੀਂ ਜੋ ਵੀ ਆਪਣਾ ਦੇਸੀ ਘਿਓ ਵਗੈਰਾ ਜੋ ਵੀ ਤੁਸੀਂ ਦੇਣਾ ਲੈਣਾ ਜੋ ਤੁਹਾਨੂੰ ਤਰੀਕਾ ਹੈ ਲੇਕਿਨ ਅਸੀਂ ਤੇ ਜਿਹੜਾ ਨਾ ਸਰੋਂ ਦਾ ਜ਼ਿਆਦਾ ਇਸਤੇਮਾਲ ਕਰਨਾ ਹੈ ਤੇ ਉਸ ਤੋਂ ਬਾਅਦ ਅਸੀਂ ਮਤਲਬ ਕਿ ਬਾਜਰਾ ਦੀ ਮਿਕਦਾਰ ਘਟਾ ਦਿੱਤੀ ਹੈ ਕਣਕ ਚਨੇ ਦੀ ਮਿਕਦਾਰ ਵਧਾ ਦਿੱਤੀ ਤੇ ਇਹ ਅਸੀਂ ਦਾਣਾ ਪਾਉਂਦੇ ਤੇ ਉਸਤਾਦ ਜੀ ਭੋਰੇ ਸ਼ੋਰੇ ਤੁਸੀਂ ਵੀ ਪਾਉਂਦੇ ਹੋ ਭੋਰੇ ਅਸੀਂ ਪਾਈ ਦੇ ਸਾਡੀ ਗੇਮ ਹੀ ਭੋਰਿਆਂ ਦੀ ਸਾਰੀ ਕਾਹਦੇ ਪਾਉਂਦੇ ਹੋ ਭੋਰੇ ਅਸੀਂ ਭੋਰੇ ਨਾ ਬਾਜਰੇ ਦਾ ਅਸੀਂ ਲੈਂਦੇ ਆ ਬਾਜਰਾ ਚਨੇ ਕਾਲੇ ਤੇ ਕਣਕ ਤੇ ਯਾਨੀ ਕਿ ਜਿਹਦੀ ਰੇਸ਼ੋ ਬਣਾਈਏ 3-3 ਕਿਲੋ ਲਈਦੀ ਹੈ ਬਾਜਰਾ ਕਣਕ ਤੇ ਕਾਲੇ ਚਨੇ ਤੇ 1 ਕਿਲੋ ਪਾਣੇ ਅਸੀਂ ਵਿੱਚ ਮਕਈ ਇਹਦਾ ਅਸੀਂ ਆਟਾ ਬਣਾਉਂਦੇ ਆ ਆਟਾ ਪਿਵਾ ਕੇ ਇਹਨੂੰ ਅਸੀਂ ਗੁੰਨਦੇ ਆ ਦੁੱਧ ਦੇ ਨਾਲ ਯਾਨੀ ਦੁੱਧ ਦਾ ਗਲਾਸ ਪਾ ਕੇ ਨਾ ਠੀਕ ਹੈ ਅਸੀਂ ਗੁੰਨੀਦਾ ਗੁੰਨ ਕੇ ਤੇ ਫਿਰ ਇਸ ਤੋਂ ਬਾਅਦ ਅਸੀਂ ਦੇਸੀ ਘਿਓ ਛੜਕਾ ਲਾ ਕੇ ਤੇ ਇਹ ਪਕਾ ਕੇ ਰੋਟੀ ਤੇ ਆ ਬਾਜ਼ੀਆਂ ਜਦੋਂ ਸ਼ੁਰੂ ਹੋ ਜਾਂਦੀਆਂ ਨੇ ਇਹ ਭੋਰੇ ਸਾਡੇ ਹੀ ਰਹਿਣੇ ਭੋਰੇ ਚੱਲਦੇ ਹੀ ਰਹਿਣੇ ਇਹ ਭੋਰੇ ਜਿਹਨਾਂ ਦੇ ਬਾਜ਼ੀਆਂ ਖਤਮ ਨਹੀਂ ਹੋਣੀਆਂ ਚੱਲਦੇ ਰਹਿਣੇ ਇਹ ਚੱਲਦੇ ਹੀ ਰਹਿਣਾ ਅੱਛਾ ਯਾਨੀ ਕਿ ਤੁਸੀਂ ਜਦੋਂ ਬਾਜ਼ੀਆਂ ਬੜਾ ਅਗਲਾ ਸਵਾਲ ਕਰਨ ਲੱਗਾ
ਜਦੋਂ ਮਤਲਬ ਬਾਜੀ ਦੇ ਦੌਰਾਨ ਭੋਰੇ ਜਿਹੜੇ ਇਹਨਾਂ 'ਚ ਬਦਾਮ ਕੁੱਟ ਕੇ ਪਾਉਂਦੇ ਹੋ ਕਿ ਬਦਾਮ ਵਾਲੇ ਭੋਰੇ ਵੀ ਦਿੰਦੇ ਹੋ? ਨਹੀਂ, ਅਸੀਂ ਫਿਰ ਪੜ੍ਹਾਈ ਕਰਨੇ ਜਿਸਲੇ ਸਾਡੀਆਂ ਪੱਕੀਆਂ ਫੜਕਾਂ ਸ਼ੁਰੂ ਹੋ ਜਾਂਦੀਆਂ ਨਾ ਜਿਸਲੇ, ਤੇ ਫਿਰ ਅਸੀਂ ਬਦਾਮਾਂ ਦਾ ਪੇੜਾ ਬਣਾ ਲਈਦਾ, ਮਤਲਬ ਸਾਦਾ ਪੇੜਾ ਬਣਾਈਦਾ ਜਿਵੇਂ ਖੁਰਾਕ ਬਣਾਈ ਦੀ। ਉਹ ਫਿਰ ਅਸੀਂ ਉਹਦੇ 'ਚ ਕੀ ਕਰਨੇ, ਭੁੱਜੇ ਚਨੇ ਪਾ ਲੈਂਦੇ, ਉਹਦੇ 'ਚ ਵੀ ਚਨੇ ਪਾਣੇ ਖੁਰਾਕ ਵਿੱਚ ਵੀ। ਖੁਰਾਕ 'ਚ ਉਹ ਛਿਲਕੇ ਲਾ ਕੇ ਨਾ, ਤੇ ਅਸੀਂ ਉਹ ਭੁੱਜੇ ਚਨੇ ਪਾ ਕੇ ਤੇ ਖੁਰਾਕ ਬਣਾ ਲਈ ਦੀ। ਖੁਰਾਕ ਬਣਾ ਕੇ ਤੇ ਫਿਰ ਅਸੀਂ ਭੋਰੇ ਨੂੰ ਇੱਕ ਜਾਨ ਕਰ ਦਿੰਦੇ ਆ, ਫਿਰ ਟਰੇਵਾਂ ਪਾ ਦੀ, ਮਾਸ਼ਾਅੱਲਾ ਕਬੂਤਰ ਖਾਂਦੇ ਨੇ, ਮਜ਼ਾ ਆਉਂਦਾ। ਉਹਦੇ ਨਾਲ ਵੇਟ ਵੀ ਠੀਕ ਨੇ। ਅੱਛਾ ਉਸਤਾਦ ਜੀ, ਇਸ ਤੋਂ ਬਾਅਦ ਜਦੋਂ ਕਬੂਤਰ ਬਾਹਰ ਛੱਡਨੇ ਹੁੰਦੇ ਨੇ, ਤੁਸੀਂ ਕੋਈ ਪਾਣੀ ਇਸ ਤੋਂ ਇਲਾਵਾ ਬਨਫਸ਼ੀ ਵਾਲਾ ਤੇ ਤੁਸੀਂ ਅੱਗੇ ਦੱਸ ਦਿੱਤਾ ਪਵਾਤੇ ਨੇ, ਭੋਰੇ ਵੀ ਪਵਾਤੇ ਨੇ, ਖੁਰਾਕ ਵੀ ਪਵਾਤੀ, ਫਿਰ ਤੁਸੀਂ ਯਕਦਮ ਬੈਗ ਪਿੱਛੇ ਆ ਗਏ। ਉਹ ਮੈਂ ਪਿੱਛੇ ਜਾਂ ਤੇ ਤੁਸੀਂ ਪਿੱਛੇ ਮੈਂ ਅੱਗੇ ਅਗਲਾ ਸਵਾਲ ਇੱਕ ਵਿੱਚ ਤੁਹਾਨੂੰ ਮੈਂ ਕਿਹਾ ਸੀ ਕਿ ਮੈਂ ਪਤਾ ਤੇ ਲੱਗੇ ਨਾ ਕੰਮ ਨੂੰ ਵੀ ਕਿੱਸਾ ਬੋਲ ਰਿਹਾ। ਅਗਲਾ ਸਵਾਲ ਮੈਂ ਇਸ ਤੋਂ ਕੀਤਾ ਸੀ ਖੁਰਾਕ ਵਾਲਾ, ਮੈਂ ਮੈਨੂੰ ਭੁੱਲ ਜਾਣਾ। ਅੱਛਾ ਮੈਨੂੰ ਹੋਰ ਇਹ ਤੁਸੀਂ ਆਪ ਇਹ 2 ਸਾਲ ਜ਼ਿਆਦਤੀ ਕਰ ਰਹੇ, ਯਾਨੀ ਕਿ ਤੁਸੀਂ ਦੇਖੋ ਨਾ ਪਰਪਟਾਈ ਤੇ ਸ਼ੁਰੂ ਹੋਏ ਨਾ, ਤੁਹਾਨੂੰ ਉੱਥੋਂ ਲਾਈਨ ਤੇ ਆਉਣਾ ਚਾਹੀਦਾ। ਮੈਂ ਇੱਕ ਸਵਾਲ ਅੱਗੇ ਕੀਤਾ ਸੀ, ਸਮਝ ਲੱਗ ਜਾਏ। ਮੈਂ ਇਹ ਦੋਸਤਾਂ ਨਾਲ ਵਿੱਚ ਦੱਸ ਦਿੱਤਾ ਸੀ ਕਿ ਮੈਂ ਅਗਲਾ ਸਵਾਲ ਇੱਕ ਕਰਨ ਲੱਗਾ, ਉਹ ਮੈਂ ਦੱਸ ਦਿੱਤਾ ਸੀ ਖੁਰਾਕ ਵਾਲਾ। ਅੱਛਾ ਉਸਤਾਦ ਜੀ, ਜਦੋਂ ਬਾਹਰ ਛੱਡਣਾ ਹੁੰਦਾ, ਬਾਹਰ ਕਿਵੇਂ ਛੱਡਦੇ ਹੋ ਕਬੂਤਰਾਂ ਨੂੰ? ਪਾਣੀ ਕੋ ਦੇ ਕੇ ਛੱਡਦੇ ਹੋ? ਅਸੀਂ ਨਾ ਪਹਿਲਾਂ ਤੇ ਕਬੂਤਰਾਂ ਨੂੰ ਨਾ ਕੀੜਿਆਂ ਦੀ ਫਿਰ ਦਵਾਈ ਦੇਈ ਦੀ ਕੱਢਣ ਤੋਂ ਪਹਿਲਾਂ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਅਸੀਂ ਨਾ ਮਤਲਬ ਕਿ ਬਨਕਸ਼ੇ ਦੇ ਫੁੱਲ ਦਾ ਅਸੀਂ ਸ਼ਰਬਤ ਬਣਾਉਂਦੇ ਹਾਂ। ਦੋਸਤਾਂ ਨੂੰ ਦੱਸ ਦਿੰਦੇ, ਤੋਹਫਾ ਹੀ ਹੋਇਆ, ਜਿਹੜਾ ਦੋਸਤ ਇਸਤੇਮਾਲ ਕਰੇਗਾ ਮਜ਼ਾ ਆਏਗਾ। ਅਸੀਂ ਉਹ ਬਨਕਸ਼ੇ ਦੇ 1.5 ਗਲਾਸ ਪਾਣੀ ਲਈਦਾ, 9 ਚਮਚੇ ਚੀਨੀ ਪਾ ਦਿੱਤੀ ਵਿੱਚ, ਤੇ ਤਕਰੀਬਨ 100 ਰੁਪਏ ਦੇ ਵਿੱਚ ਬਨਕਸ਼ੇ ਦੇ ਫੁੱਲ ਪਾ ਲੈਣਾ, ਪਾਣੀ ਨੂੰ ਚੰਗੀ ਤਰ੍ਹਾਂ ਪਕਾ ਲੈਣਾ, ਤੇ ਉਹ ਰਾਤ ਨੂੰ ਅਸੀਂ 5 ਸੀਸੀ ਯਾਨੀ ਕਿ ਨੀਟ ਉਹ ਸ਼ਰਬਤ ਲੈਣਾ, ਤੇ ਅਸੀਂ ਉਹ ਕਬੂਤਰਾਂ ਨੂੰ ਜਾਂ ਥੋੜਾ ਪਾਣੀ ਪਾਣਾ ਪੈਰ ਪਾ ਲਓ, ਨੀਟ ਦੇ ਦਿਓ, ਰਾਤ ਨੂੰ 8 ਵਜੇ ਦੇ ਕਬੂਤਰ ਉਹਨਾਂ ਦੇ ਵਿੱਚ ਰੇਸ਼ਾ ਰੂਸ਼ਾ ਕੁੱਟਾ ਛੁੱਟਾ, ਕਿਉਂਕਿ ਚੀਨੀ ਯਾਨੀ ਕਿ ਖੋਰ ਦਿੰਦੀ ਹਰ ਸ਼ੈ, ਤੇ ਜਿਹੜਾ ਬਨਕਸ਼ੇ ਦਾ ਫੁੱਲ ਹੁੰਦੇ ਨੇ ਉਹ ਕੁੱਟਾਂ ਵਾਸਤੇ ਬੜੀ ਬਿਹਤਰੀਨ ਚੀਜ਼ ਹੁੰਦੀ, ਉਹ ਅਸੀਂ ਇਸਤੇਮਾਲ ਕਰਾਉਂਦੇ ਹਾਂ। ਤੇ ਮਾਸ਼ਾਅੱਲਾ ਜੀ, ਕਬੂਤਰ ਨਾ ਕਦੀ ਕਿਸੇ ਗੁੱਟ ਲੱਗੀ, ਕਿਸੇ ਦੀ ਕਬੂਤਰ ਨਾ ਕਿਸੇ ਦਾ ਕਬੂਤਰ ਦਾ ਸਾਹ ਫੁੱਲਿਆ, ਨਾ ਕਬੂਤਰ ਕਦੀ ਕੋਈ ਥਾਲ ਬਣ ਕੇ ਆਏ ਨੇ, ਹੁੰਦਾ ਕੋਈ ਥਾਲ ਬਣ ਕੇ ਆਏ ਨੇ, ਬਿਹਤਰੀਨ ਕੈਂਚੀ ਚਲਾ ਹੋਏ ਕਬੂਤਰ ਉੱਡਦੇ ਮਾਸ਼ਾਅੱਲਾ। ਅੱਛਾ ਉਸਤਾਦ ਜੀ, ਇਸ ਤੋਂ ਬਾਅਦ ਅਗਲਾ ਮਰਹਲਾ ਜਿਹੜਾ ਨਾ ਕਬੂਤਰਾਂ ਨੂੰ ਬਾਹਰ ਛੱਡਣ ਤੋਂ ਬਾਅਦ ਪਹਿਲੀ ਖੁਰਾਕ ਦਾ, ਦੇਖੋ ਜੀ, ਫਿਰ ਤੁਸੀਂ ਦੇਖੋ ਕਬੂਤਰ ਤੁਸੀਂ ਬਾਹਰ ਕੱਢਦੇ ਹੋ, ਬਨਕਸ਼ੇ ਦੇ ਫੁੱਲਾਂ ਦਾ ਤੁਸੀਂ ਸ਼ਰਬਤ ਪਿਆ, ਠੀਕ ਹੈ, ਉਸ ਤੋਂ ਬਾਅਦ ਜ਼ਾਹਰ ਤੁਸੀਂ ਕਬੂਤਰਾਂ ਨੂੰ ਬਾਹਰ ਕੱਢਣੇ, ਠੀਕ ਹੈ। ਤੇ ਜਿਹੜੇ ਤੁਹਾਡੇ ਮੂੰਹ ਦੇ ਕਬੂਤਰ ਹੁੰਦੇ ਨੇ, ਉਹਨਾਂ ਦਾ ਬਾਹਰੋਂ ਛੱਡ ਕੇ 4 ਵਿੱਚੋਂ ਬੰਨ ਲਵੋ, ਬਾਹਰ 4 ਛੱਡ ਦਿਓ, 4 ਬੰਨ ਲਵੋ, 2-4 ਦਿਨ ਬਸ ਬੱਝੇ ਫਿਰਦੇ ਫੁਰਦੇ ਰਹਿਣ, ਤਾਂ ਕਿ ਕਬੂਤਰ ਜ਼ੋਰ ਮਾਰ ਕੇ ਸਮਾਨ ਨਾ ਜਾਵੇ, ਕਿਉਂਕਿ ਉਹ ਜਿਹੜੇ ਸੌਦੇ ਦੀ ਖਵਾਏ ਨਾ, ਪਟਾਈ ਲੈ ਕੇ ਤੇ ਐਂਡ ਤੇ ਸਾਡੇ ਸੌਦੇ ਖਵਾਏ ਨੇ, ਤੇ ਉਹ ਜਿਹੜਾ ਨਾ ਮਤਲਬ ਕਿ ਤਾਕਤ ਹੁੰਦੀ ਉਹ ਕਬੂਤਰ ਖੁਲੋ ਨਹੀਂ ਦਿੰਦੀ। ਠੀਕ ਹੋ, ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਤੁਸੀਂ ਆਸਤਾ ਆਸਤਾ ਆਪਣੇ ਕਬੂਤਰ ਖੋਲਣੇ ਸ਼ੁਰੂ ਕਰ ਦਿਓ, ਤੇ ਕਬੂਤਰ ਹਮੇਸ਼ਾ ਤੁਸੀਂ 12 ਵਜੇ ਉਡਾਉਣੇ ਸ਼ੁਰੂ ਕਰੋ, 12 ਤੋਂ 1 ਵਜੇ ਦੇ ਧੁੱਪ ਲੱਗੀ ਹੋਵੇ, ਧੁੱਪ ਦੇ ਵਿੱਚ ਉਡਾਉਣੇ। ਉਸ ਤੋਂ ਬਾਅਦ ਕਬੂਤਰ ਡਾਓ, ਕਬੂਤਰ ਘਟਦੇ ਨੇ, ਪਰ ਆਸਤਾ ਆਸਤਾ ਤੁਸੀਂ ਆਪਣੇ ਥੱਲੇ ਘੰਟਾ ਥੱਲੇ ਆਇਓ, ਫਿਰ ਥੱਲੇ ਆਓ, ਫਿਰ ਥੱਲੇ ਆਓ, ਤੇ ਤੁਹਾਡੇ ਕਬੂਤਰ ਜਿਹੜਾ ਦੇਖੋ ਮੇਰੇ ਕਬੂਤਰ 8-10 ਘੰਟੇ ਉੱਡਣ ਲੱਗ ਪਏ, ਫਿਰ ਤੁਸੀਂ ਦੇਖੋ ਮੇਰੇ ਕਬੂਤਰ ਨੂੰ ਡਿਮਾਂਡ ਕਰਨ ਲੱਗ ਪਏ ਨੇ ਕਿ ਕਬੂਤਰ ਮੇਰੇ ਹੁਣ ਖੁਰਾਕ ਮੰਗਦੇ ਪਏ, ਉਹ ਤੁਹਾਨੂੰ ਆਪੇ ਤੁਹਾਡੇ ਕਬੂਤਰ ਦੱਸ ਦਿੰਦੇ। ਹਰ ਉਸਤਾਦ ਨੂੰ ਪਤਾ ਲੱਗ ਜਾਂਦਾ, ਕਿਸੇ ਬੱਚਾ ਤਾਂ ਕੋਈ ਵੀ ਨਹੀਂ ਹੈਗਾ, ਹਰ ਉਸਤਾਦ ਨੂੰ ਪਤਾ ਲੱਗ ਜਾਂਦਾ। ਕਬੂਤਰ ਚਿੱਟੀਆਂ ਮਾਰਨੀ ਸ਼ੁਰੂ ਕਰ ਦਿੰਦੇ ਨੇ, ਕਬੂਤਰ ਫਿਰ ਮੰਗਦੇ ਨੇ ਸਭ ਕੁਝ ਦਿਓ, ਤੇ ਫਿਰ ਇਹਨਾਂ ਨੂੰ ਖੁਰਾਕ ਦੇਣੀ ਸ਼ੁਰੂ ਕਰ ਦਿਓ। ਠੀਕ ਹੋ ਗਿਆ। ਹਾਂਜੀ ਜੀ, अस्सलाम वालेकुम ਜ਼ੈਨ ਜੱਟ ਸਾਹਿਬ, ਕੀ ਹਾਲ ਹੈ ਮੇਰੇ ਵੀਰ ਦਾ? ਠੀਕ ਹੋ? ਮੈਂ ਜਵਾਬ ਇਸ ਤੋਂ ਨਹੀਂ ਸਭ ਦਿੰਦਾ ਕਿ ਉਸਤਾਦ ਨਾਲ ਗੱਲ ਪੂਰੀ ਕਰਦੇ ਸਨ। ਉਸਤਾਦ ਨੂੰ ਵੀ ਸਲਾਮ ਹੈ। ਜ਼ੈਨ ਭਾਈ ਵੱਲੋਂ ਜ਼ੈਨ ਭਾਈ अस्सलाम वालेकुम। तो ਤੁਸੀਂ ਸਵਾਲ ਕਰ ਸਕਦੇ ਹੋ ਜੀ। ਉਸਤਾਦ ਵੀ ਤੁਹਾਡਾ, ਮੇਰਾ ਚੈਨਲ ਵੀ ਤੁਹਾਡਾ, ਤੇ ਮੈਂ ਵੀ ਤੁਹਾਡਾ। ਮੇਰਾ ਛੋਟਾ ਭਰਾ ਜ਼ੈਨ ਜੀ, ਜ਼ੈਨ ਸ਼ਹਜ਼ਾਦਾ ਬੰਦਾ, ਇਹ ਸ਼ਹਜ਼ਾਦਾ ਹੈ ਜੀ, ਸ਼ਹਜ਼ਾਦਾ ਬੰਦਾ। ਸਲਾਮ ਦੇ ਰਿਹਾ ਉਸਤਾਦ ਆਪਣਾ ਵੀਰ। ਵਾਲੇਕੁਮ ਸਲਾਮ। ਉਹ ਬਾਬਿਓ ਕੀ ਹਾਲ ਹੈ? ਠੀਕ ਜੇ? ਤੇ ਮਾਸ਼ਾਅੱਲਾ ਬਹੁਤ ਅੱਛਾ ਬੱਚਾ ਜੀ, ਜ਼ੈਨ ਵੀ ਮਾਸ਼ਾਅੱਲਾ ਬਹੁਤ ਕਾਬਲ ਬੰਦਾ ਹੈ। ਅੱਛਾ ਜੀ, ਤੁਹਾਨੂੰ ਗੋਂਦਲ ਸਾਹਿਬ ਇਟਲੀ ਤੋਂ ਸਲਾਮ ਆ ਰਿਹਾ ਜੀ। ਵਾਲੇਕੁਮ ਸਲਾਮ ਜੀ। ਉਸ ਤੋਂ ਬਾਅਦ ਉਮਰ ਖੋਕਰ ਸਾਹਿਬ ਸਲਾਮ ਦੇ ਰਹੇ ਨੇ ਜੀ। ਵਾਲੇਕੁਮ ਸਲਾਮ। ਠੀਕ ਹੈ। ਅੱਛਾ ਉਸਤਾਦ ਜੀ, ਬਾਹਰ ਛੱਡਣ ਦੇ ਦੌਰਾਨੀਏ ਸਭ ਤੋਂ ਔਖਾ ਕੰਮ ਇੱਕ ਹੀ ਹੈ, ਉਹ ਕੱਚਾ ਪੱਕਾ ਕਬੂਤਰ। ਉਹੀ ਤੇ ਮੈਂ ਦੱਸਿਆ, ਇਹ ਜਿਵੇਂ ਤੁਸੀਂ ਪ੍ਰੋਸੀਜਰ ਕਰ ਲਓਗੇ ਨਾ। ਮੈਂ ਸਵਾਲ ਮੇਰਾ ਉਸਤਾਦ ਜੀ ਕਿ ਕੱਚਾ ਕਬੂਤਰ ਜਿਹੜਾ ਉਹਦਾ ਵਜੂਦ ਕਿਵੇਂ ਦਾ ਹੋਏਗਾ ਤੇ ਪੱਕੇ ਕਬੂਤਰ ਦਾ ਵਜੂਦ ਕਿਵੇਂ ਦਾ ਹੈਗਾ? ਫੜਿਆ ਕਿਵੇਂ ਜਾਏਗਾ ਕਿ ਭਈ ਇਹ ਕਬੂਤਰ ਹਾਲਾ ਕੱਚਾ ਹੈ? ਦੇਖੋ ਮੈਂ ਤੁਹਾਨੂੰ ਦੱਸਣਾ, ਜਿਸ ਕਬੂਤਰ ਦਾ ਗੋਸ਼ਤ ਕਾਲਾ ਹੋਏਗਾ ਨਾ, ਪਰ ਦੇਖਣ ਉਹ ਕਬੂਤਰ ਕੱਚਾ ਹੀ ਹੋਏਗਾ। ਪਹਿਲਾਂ ਚਿੱਟੇ ਰੰਗ ਦਾ ਗੋਸ਼ਤ ਹੋਏਗਾ, ਫਿਰ ਉਹਨੇ ਕਾਲਾ ਗੋਸ਼ਤ ਹੋਣਾ,
ठीक है, जो फड़का खानी शुरू करेगा फिर काला करेगा। जो लाल कर लिया ना अपना गोश्त नूं हल्का गुलाबी टाइप का, समझो तो कबूतर हूँ तैयार हो गया, हूँ हर शय मंगेगा, हर शय करेगा, ये कबूतर तैयारी है। फिर तैयारी है। हाँ लो जी, जैन जट साहब का सवाल आ गया तुहाडे वास्ते। उड़ के आए कबूतर जब 2 से 3 फिरत के बाद वजन छोड़ दे, फिर क्या करना चाहिए? यानी दौराने परवाज जो कबूतर वेट ना बनाए उसे कैसे सही करना चाहिए? बिल्कुल जी, जैन चढ़ का जवाब देंगे जी जी क्यों जी, जैन चढ़ नहीं पूरी दुनिया को जवाब देंगे ठीक है। जैन चढ़ तो छोटा वीर, जैन तो वीर है, ਉਹਨੂੰ ਜਵਾਬ नहीं दे सकते। मैंने फोन करके पूछ सकता है, ऐसी कोई गल नहीं, छोटा वीर है अपना। जी जी अच्छा, गल ये कि असल ਦੇ ਵਿੱਚ ਨਾ ਹੁੰਦਾ ਹੈ ਕਿ ਇਹ ਜਿਹੜੇ ਦੋਸਤ ਕਬੂਤਰ ਉੱਡ ਕੇ ਆਉਂਦੇ ਨੇ, ਜਿਹੜੇ ਠੰਡੇ ਪਾਣੀ ਪਿਆਉਂਦੇ ਨੇ, ਮੇਰੇ ਨਜ਼ਰੀਏ ਦੇ ਠੰਡੇ ਪਾਣੀ ਪਿਆਉਣ ਨਾਲ ਕਬੂਤਰ ਅਕਸਰ ਖਰਾਬ ਹੋ ਜਾਂਦੇ। ਕਬੂਤਰ ਆਪਣੀ ਗਰਾਈ ਕਰਨੀ ਛੱਡ ਦਿੰਦੇ ਨੇ, ਗਰਾਈ ਕਰਕੇ ਕਬੂਤਰ ਨਹੀਂ ਉੱਡਦਾ। ਜਦੋਂ ਕਬੂਤਰ ਗਰਾਈ ਨਹੀਂ ਨਾ ਕਰੇਗਾ ਉਹ ਫਿਰ ਜਲਦੀ ਨੱਸਣ ਦਾ ਘਰ, ਜਦੋਂ ਜਲਦੀ ਆਏਗਾ ਉਹ ਫਿਰ ਕਬੂਤਰ ਖਰਾਬ ਹੋ ਜਾਂਦਾ। ਹੁਣ ਬੰਦੇ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਯਾਰ ਮੇਰਾ ਕਬੂਤਰ ਚੰਗਾ ਭਲਾ ਉੱਡਦਾ ਸੀ ਕਿ ਇਹ ਕਿਉਂ ਨਹੀਂ ਉੱਡਦਾ ਪਿਆ, ਲੇਕਿਨ ਉਹ ਠੰਡੇ ਪਾਣੀਆਂ ਦਾ ਨੁਕਸ ਹੁੰਦਾ ਨੰਬਰ 1। ਦੂਜੀ ਗੱਲ ਹੁੰਦੀ ਹੈ ਕਿ ਬਾਜ਼ ਕਾਦ ਠੰਡੇ ਪਾਣੀ ਦੀ ਵੀ ਕੋਈ ਨੁਕਸ ਨਹੀਂ ਹੁੰਦਾ। ਬਾਜ਼ ਕਾਦ ਕਬੂਤਰ ਉਹਦੇ ਅੰਦਰ ਕੀੜਾ ਹੁੰਦਾ ਹੈ ਜਿਹੜਾ ਉਹਨੂੰ, ਦੇਖੋ ਮੈਂ ਇਸ ਵਾਸਤੇ ਕਹਿੰਦਾ ਕਿ ਪੂਰੀ ਕਬੂਤਰ ਨੂੰ ਪਿੱਛੋਂ ਤੋੜ ਦਿਕਰ ਲਿਆਉਣਾ ਚਾਹੀਦਾ। ਉਹ ਕੋਈ ਐਸਾ ਕੀੜਾ ਹੋਏਗਾ ਜਿਹੜਾ ਉਹਨੂੰ ਵਧਣ ਫੁੱਲਣ ਨਹੀਂ ਦਿੰਦਾ, ਇਹ ਵੀ ਚੀਜ਼ ਹੈ। ਦੂਸਰੀ ਗੱਲ, ਬਾਜ਼ ਕਬੂਤਰ ਐਸੇ ਹੁੰਦੇ ਨੇ ਜਿਹੜੇ ਕਬੂਤਰ ਬੈਠਦੇ ਨੇ ਉਹ ਤੁਹਾਨੂੰ ਕਬੂਤਰ ਆਏ ਨੂੰ ਪੂਰੇ ਵਕਤ ਤੁਹਾਨੂੰ ਸੰਭਾਲਿਆ ਨਹੀਂ ਜਾਂਦਾ, ਉਹਦਾ ਵੇਟ ਨਹੀਂ ਪੂਰਾ ਹੁੰਦਾ, ਉਹ ਵੀ ਕਬੂਤਰ ਖਰਾਬ ਹੋ ਜਾਂਦਾ। ਜਾਂ ਤਾਂ ਉਹਨੂੰ ਡਾਹ ਤੋਂ ਗੋਲਡ ਹੋ ਜਾਏਗਾ ਜਾਂ ਉੱਡਣਾ ਛੱਡ ਦੇਗਾ, ਠੀਕ ਹੈ ਜੀ, ਇਹ ਵੀ ਹੁੰਦਾ। ਲੇਕਿਨ ਇਹ ਮੇਨ ਜਿਹੜੀ ਮੇਜਰ ਚੀਜ਼ ਹੈ ਨਾ, ਮੇਜਰ ਚੀਜ਼ ਇਹ ਹੈ ਕਿ ਜਦੋਂ ਕਬੂਤਰ ਉੱਡ ਕੇ ਆਇਆ ਨਾ, ਤੁਸੀਂ ਸਾਰੇ ਕੰਮ ਛੱਡ ਕੇ ਉਹਦੇ ਕੋਲ ਪਾਓ। ਪਹਿਲਾਂ ਤੇ ਉਹਨੂੰ ਉਹਦੀ ਵਿੱਠ ਮਰਵਾਓ, ਤੁਸੀਂ 5-7 ਮਿੰਟ ਦੇ ਵਿੱਚ ਉਹਦੀ ਵਿੱਠ ਜ਼ਰੂਰ ਮਰਵਾਓ। ਜਦੋਂ ਉਹਨੇ ਵਿੱਠ ਮਾਰਤੀ ਕਬੂਤਰ ਕਾਬਲ ਹੋ ਗਿਆ, ਕਬੂਤਰ ਇਨਸ਼ਾਅੱਲਾ ਤੁਹਾਡਾ ਸਹੀ ਹੋ ਗਿਆ, ਉਹ ਖਰਾਬ ਨਹੀਂ ਹੋ ਸਕਦਾ ਭਾਵੇਂ ਫਿਰ ਜੋ ਮਰਜ਼ੀ ਹੁੰਦੇ। ਜਿਸ ਕਬੂਤਰ ਨੇ ਵਿੱਠ ਰੋਕੀ ਰੱਖਣੀ ਹੈ ਇੱਥੋਂ ਹੀ ਆ ਕਬੂਤਰ ਖਰਾਬ ਹੁੰਦੇ। ਜਿਸ ਵੇਲੇ ਵਿੱਠ ਰੋਕੇਗਾ ਉਹ ਵਿੱਠ ਵੱਜਣੀ ਨਹੀਂ ਹੈਗੀ ਤੇ ਉਹ ਜਾ ਕੇ ਰਾਤ ਨੂੰ ਲੇਟ ਵਿੱਠ ਮਾਰੇਗਾ, ਉਹ ਕਬੂਤਰ ਅੰਦਰੋਂ ਖਿੱਚਿਆ ਜਾਂਦਾ, ਡਾਊਨ ਹੋਏਗਾ। ਉਹ ਮੁੜ ਕੇ ਉਸ ਤੋਂ ਬਾਅਦ ਕੀ ਕਰੇਗਾ, ਹਰੀਆਂ ਵਿੱਠਾਂ ਮਾਰਨੀ ਸ਼ੁਰੂ ਕਰੇਗਾ। ਜਦੋਂ ਹਰੀਆਂ ਵਿੱਠਾਂ ਮਾਰੇਗਾ ਉਹ ਤੁਹਾਡੀ ਸਮਝ ਨਹੀਂ ਆਉਂਦੀ ਕਿ ਮੇਰਾ ਫਾਲਟ ਕਿੱਥੇ ਆ ਰਿਹਾ। ਬਸ ਇਹ ਚੀਜ਼ਾਂ ਮੇਰੀਆਂ ਛੋਟੀਆਂ ਛੋਟੀਆਂ ਉਹਦੇ 'ਚ ਰਿਕਾਰਡ ਕਰਨਾ ਪੈਂਦਾ। अच्छा, अगर वेट ना पूरा कर रहा है तो उन्हें की देना चाहिए? ਦੇਖੋ, ਜਿਹੜਾ ਕਬੂਤਰ ਵੇਟ ਤੁਹਾਡਾ ਪੂਰਾ ਨਹੀਂ ਨਾ ਕਰ ਰਿਹਾ, ਉਹਨੂੰ ਬਿਹਤਰੀਨ ਹੈ ਕਿ ਤੁਸੀਂ ਆਪਣਾ ਦਹੀਂ ਦਾ ਪਨੀਰ ਦਿਓ। दही दा पनीर ਇਨਸ਼ਾਅੱਲਾ ਉਹ ਤੁਹਾਡਾ ਵੇਟ ਪੂਰਾ ਕਰੇਗਾ। वेट ਅਗਰ ਤੁਸੀਂ ਨਹੀਂ ਦੇ ਖੋਏ ਦੀ ਗੋਲੀ ਇੱਕ ਦਿਓ ਨਾਲ, खाली खोया ਖਾਲੀ ਠੀਕ ਇਹ ਦਿਓ, ਇਨਸ਼ਾਅੱਲਾ ਠੀਕ ਹੋ। ਲੇਕਿਨ ਬਸ਼ਰਤ ਉਹਦੀ 'ਚ ਇਹ ਵੀ ਹੈਗਾ ਕਬੂਤਰ ਅੰਦਰ ਸੰਭਾਲਣ ਦੀ ਨਲਾਇਕੀ ਦੀ ਵਜ੍ਹਾ ਨਾਲ ਕੋਈ ਫਾਲਟ ਨਾ ਆ ਗਿਆ। ਜੇ ਫਾਲਟ ਆ ਗਿਆ ਤੇ ਫਿਰ ਉਹਦੇ ਹੋਰ ਤਰੀਕੇ ਹੁੰਦੇ। ਉਹ ਕੀ ਫਿਰ ਤੁਸੀਂ ਭਾਵੇਂ ਉਹਨੂੰ ਸੋਨੇ ਦੇ ਵਰਕ ਖਵਾ ਦਿਓਗੇ ਨਾ, ਵੇਟ ਨਹੀਂ ਬਣਾ ਸਕਦਾ। ਭਾਈ ਜਾਨ ਵੇਖੋ ਨਾ, ਭਰਾਵਾਂ ਦਾ ਫਾਇਦਾ ਪੂਰਾ ਕਰਨਾ ਚਾਹੀਦਾ। करना चाहिए जी, करना चाहिए। ਦੇਖੋ ਜੀ, ਇੱਕ ਤੁਹਾਡਾ ਕਬੂਤਰ ਆਇਆ ਤੁਹਾਡੇ ਕੋਲ ਖਰਾਬ ਹੋ ਗਿਆ, ਖਰਾਬ ਕਿਸ ਤਰ੍ਹਾਂ ਨਹੀਂ ਹੋਣਾ ਕਿ ਤੁਸੀਂ ਥੱਲੇ ਜਾ ਕੇ ਆਪਣੇ ਯਾਰਾਂ ਨਾਲ ਗੱਪਾਂ ਮਾਰਨ ਆਏ, ਕਬੂਤਰ ਸ਼ਾਮ ਤੇ ਬੈਠਾ, ਓਹੋ ਮੇਰਾ ਕਬੂਤਰ ਬੈਠਾ ਮੈਂ ਜਾ ਕੇ ਵੇਖਣਾ। ਜਦੋਂ ਤੁਸੀਂ ਵੇਖਣ ਜਾਣਾ ਉਹਨੇ ਤਾਂ ਕੰਮ ਹੋ ਗਿਆ, कम हो गया होंगे आए कबूतर ਜਿਸ ਵੇਲੇ ਕੰਮ ਹੋ ਗਿਆ ਨਾ, ਫਿਰ ਉਹਦੇ ਵਾਸਤੇ ਤਾਂ ਥੋੜਾ ਜਿਹਾ ਉਹਦੇ ਵਾਸਤੇ ਬਿਹਤਰੀਨ ਨੁਕਸਾ ਹੈਗਾ ਕਿ ਤੁਸੀਂ ਮਤਲਬ ਕਿ ਇੱਕ ਲਵੋ ਦਾਲਚੀਨੀ ਦਾ ਟੁੱਟਾ, ਇੱਕ ਲਵੋ ਬਾਗ ਲਵੋ, ਇੱਕ ਠੀਕ ਹੈ ਜੀ, ਤੇ ਸੁੰਡ ਪਾ ਕੇ ਥੋੜੀ ਜਵੈਣ ਪਾ ਲੈਣੀ, ਥੋੜੀ ਸੌਂਫ ਪਾ ਲੈਣੀ, ਇਸ ਪਾਣੀ ਨੂੰ ਚੰਗੀ ਤਰ੍ਹਾਂ ਪਕਾ ਲੈਣਾ। ਪਕਾ ਕੇ ਅੱਛੇ ਕੱਚਾ ਨਾ ਪਾਣੀ ਦਾ ਹਲਕੀ ਆਂਚ ਤੇ ਪਕਾਉਣਾ, ਪਾਣੀ ਗਰਮ ਤਿਆਰ ਹੋ ਤੇ ਜਿਸ ਵੇਲੇ ਤੁਹਾਡਾ ਕਬੂਤਰ ਖੜਾ ਹੋਣਾ ਰੁਕ ਗਿਆ, ਉਹ ਪਾਣੀ ਦੇ ਵਿੱਚੋਂ ਤੁਸੀਂ ਕੋਸਾ ਪਾਣੀ ਖਿੱਚਣਾ ਤੇ ਵਿੱਚ ਥੋੜਾ ਗੁੜ ਪਾ ਦੇਣਾ, ਗੁੜ ਪਾ ਕੇ ਤੁਹਾਨੂੰ ਮਿਕਸ ਕਰ ਦੇਣਾ। ਉਹ ਤੁਸੀਂ ਕੋਸਾ ਦੇਣਾ, ਠੰਡਾ ਕਰਕੇ ਨਹੀਂ ਦੇਣਾ, ਕੋਸਾ ਕਬੂਤਰ ਦੇ ਮੂੰਹ ਵਿੱਚ 3 cc ਪਾਣੀ ਦੇ ਦਿਓ, ਠੀਕ ਹੈ ਜੀ। ਉਹ ਬਿਠਾ ਤੁਸੀਂ ਵੇਖੋ ਇੰਨੀਆਂ ਕੁ ਅੰਦਰ ਬਿਠਾ ਕੱਢੀਆਂ ਤੁਹਾਨੂੰ ਸੂਝ ਸਮਝ ਇੰਝ ਸਾਫ਼ ਹੋ ਜਾਏਗਾ, ਕਬੂਤਰ ਚੱਲ ਪਿਆਗਾ, ਠੀਕ ਹੋ ਜਾਏਗਾ। ਇਹ ਤਜਰਬਾ ਕਰਕੇ ਵੇਖਣਾ जरा तजर्बा एक बार फिर दसो की दस्या ਜੇ ਤੇ ਮੇਰਾ ਤਜਰਬਾ ਗਲਤ ਹੋਵੇ ਤਾਂ ਫਿਰ ਬਾਅਦ ਚ ਮੈਂ ਜ਼ਿੰਮੇਦਾਰ। ਤੁਹਾਨੂੰ ਤੁਸੀਂ ਕਿੱਥੇ ਜਾਣਾ ਤਾਂ ਸਾਨੂੰ ਗਲਤ ਦੱਸ ਕੇ। ਅੱਛਾ ਮੈਨੂੰ ਦੱਸੋ ਜਰਾ ਫਾਰਮੂਲਾ, ਦੋਸਤੋ ਇਹ ਫਾਰਮੂਲਾ ਲੈ ਲਿਆ ਜੇ, ਵਧੀਆ ਫਾਰਮੂਲਾ ਦੱਸਿਆ ਦੁਬਾਰਾ। ਸਾਜੀ ਦਾਲਚੀਨੀ ਦਾ ਟੁੱਟਾ ਲੈਣਾ, ਇੱਕ ਠੀਕ ਹੈ ਜੀ, ਦਰਮਿਆਨਾ, ਹਾਂਜੀ ਦਰਮਿਆਨਾ ਇੰਚ 1.5 ਇੰਚ, ਹਾਂਜੀ ਇੱਕ ਮਗ ਲੈ ਲਓ, ਇੱਕ ਮਗ ਲੈ ਲਈ, ਠੀਕ ਹੈ ਜੀ। ਉਸ ਤੋਂ ਬਾਅਦ
ਥੋੜੀ ਜਵੈਣ ਪਾ ਲਓ, थोड़ी जवैन पा ली, 2 चुटकियां 3 ਦੋ चुटकियां। ਤਿੰਨ ਚੁਟਕੀਆਂ ਪਾ ਲਓ। ठीक है ਤੁਸੀਂ ਮਤਲਬ ਕਿ 1 ਕੱਪ ਪਾਣੀ ਬਣਾਉਣਾ ਸਿਰਫ, 1 ਕੱਪ ਪਾਣੀ ਦਾ ਨੁਕਸਾ ਹੈ। ठीक है। ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਉਹ ਲੈ ਲਓ, ਮਤਲਬ ਕਿ ਸੌਂਫ ਲੈ ਲਓ। ਇਹਦਾ ਅੱਛੇ ਤਰੀਕੇ ਨਾਲ ਪਾਣੀ ਪਕਾ ਕੇ ਤੇ ਇਨਸ਼ਾਅੱਲਾ ਤੁਸੀਂ किन्ने बुआले दवाने ने? ਪਾਣੀ ਇਹ ਬਾਅਦ ਦਾ ਕੱਚਾ ਰਹਿ ਜਾਵੇ ਨਾ ਤੇ ਇਹ ਕਬੂਤਰ ਦਾ ਨੁਕਸਾਨ ਵੀ ਕਰਦਾ ਹੈ। कैसे तो कहना बंद अंदाजन बुआले किन्ने दवाने ने? ਇਹ ਤੇ ਇਹ ਬਾਲੇ ਨਹੀਂ ਦਵਾਈ ਦਿੰਦਾ ਯਾਰ, ਇਹ ਹਲਕੀ ਆਏ ਤੇ ਪੱਕਦਾ ਰਵੇ। ਯਾਨੀ ਕਿ ਤੁਸੀਂ 2 ਕੱਪ ਪਾਇਆ ਤੇ ਅੱਧਾ ਕੱਪ 1 ਕੱਪ ਰਹਿ ਜਾਵੇ। 1 कप रह जाए। ਠੀਕ ਹੈ ਨਾ? ਉਹ ਤੁਹਾਡਾ ਕੱਪ ਤਿਆਰ ਹੋ ਗਿਆ। ਉਸ ਕੱਪ 'ਚ ਤੁਸੀਂ ਸਿਰਿੰਜ ਦੇ ਨਾਲ ਪਾਣੀ ਕੱਢ ਲਓ ਪੁਣ ਕੇ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਨਾ ਥੋੜਾ ਗੁੜ ਪਾ ਕੇ ਭਰਾ ਉਹਨੂੰ ਚੰਗੀ ਤਰ੍ਹਾਂ ਹੱਲ ਕਰਕੇ ਤੇ ਕਬੂਤਰ ਨੂੰ ਦੇ ਦਿਓ। ਕਬੂਤਰ ਤੁਹਾਡਾ ਹੀ ਘੋੜੇ ਵਰਗਾ ਹੋ ਜਾਏਗਾ। ओके हो गया। ਦੂਸਰੀ ਗੱਲ ਯਾਰ, ਦੋਸਤਾਂ ਦਾ ਭਲਾ ਕਰੋ ਪੂਰਾ। ਤੁਹਾਡਾ ਹੁਣ ਕਬੂਤਰ ਉੱਡ ਗਿਆ, ਹੁਣ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਇਹ ਕਬੂਤਰ ਨਾ ਤੇ ਭੱਜ ਪਾਣੀ ਨਹੀਂ ਜਾਂਦਾ। ਠੀਕ ਹੈ, ਹੁਣ ਤੁਸੀਂ ਉਹਦੇ ਚ ਫਾਲਟ ਕੱਢਣਾ ਵੀ ਕਿਉਂ ਜਾਂਦਾ ਭੱਜ ਮੈਂ ਪਾਣੀ ਪੀਂਦਾ ਨਹੀਂ ਤੇ ਫਿਰ ਭੱਜ ਪਾਣੀ ਜਾਂਦਾ। ਉਹਦਾ ਫਾਲਟ ਇਹ ਹੈਗਾ ਕਿ ਉਹਦੇ ਅੰਦਰ ਕੋਈ ਨਾ ਕਿਤੇ ਪਿਛਲੇ ਪੋਰਟ ਜਾਂ ਵਾਲੀ ਪੋਰਟ 'ਚ ਕੋਈ ਦਾਣਾ ਬਾਜਰੇ ਦਾ ਜਾਂ ਕੋਈ ਅਸੀਂ ਪੁਰਾਗ ਦਾ ਦਾਣਾ ਫਸਿਆ, ਉਹਨੂੰ ਤੁਸੀਂ ਪਾਣੀ ਥੋੜਾ ਕੋਸਾ ਲਵੋ, ਉਹਨੂੰ ਵਾਸ਼ ਕਰੋ, ਵਾਸ਼ ਕਰਕੇ ਪਲਟਾਉਣ ਤੋਂ ਬਾਅਦ ਤੁਸੀਂ ਉਹਦੀ ਪਿੱਠ ਨੂੰ ਮਲਣਾ ਹੈ। ਕਬੂਤਰ ਦੀ ਪਿੱਠ ਨੂੰ ਮਲਣਾ, ਚੰਗੀ ਤਰ੍ਹਾਂ ਮਲਣਾ, ਕਿਉਂਕਿ ਪਿੱਠ ਜੁੜ ਗਈ ਹੁੰਦੀ ਹੈ। ਠੀਕ ਹੈ, ਜਿਸੇ ਤੁਸੀਂ ਉਹਨੂੰ ਮਲੋਗੇ ਨਾ ਉਹ ਪਿੱਠ ਜਿਹੜੀ ਆਪਣੀ ਜਗ੍ਹਾ ਖੁੱਲ ਜਾਏਗੀ ਤਾਂ ਕਿ ਕਬੂਤਰ ਨੂੰ ਵੇਠ ਕਰਨੀ ਆਸਾਨੀ ਹੋ ਜਾਏਗੀ। ਠੀਕ ਹੈ, ਉਹ ਜਿਹੜਾ ਪਾਣੀ ਮੈਂ ਤੁਹਾਨੂੰ ਦੱਸਿਆ ਨਾ ਗਰਮ ਬਣਾਇਆ, ਉਹੀ ਪਾਣੀ ਦਿਓ ਕਬੂਤਰ ਨੂੰ ਇੰਜ ਫਿੱਟ ਕਰੋ, दस्ती ठीक है। अच्छा जी, ठीक हो जाए और वेट उस लिए बढ़ जाएगा। जैन साहब का सवाल है, अगला सवाल मैं यही पूछना सी, बस आखिरी सवाल है, ठंडे और तल्ख कबूतर का कैसे पता चलता है? ठंडा ਜਿਹੜਾ ਠੰਡਾ ਕਬੂਤਰ ਹੁੰਦਾ ਗੋਸ਼ਤ ਦੀ ਕਾਲਾ ਕਰ ਦਿੰਦਾ। गोश्त का वेट किस तरह दी मारेगा? हरी वेट मारेगा, खाली पानी वाली के पानी वाली मारेगा, पहले पानी वाली मारनी शुरू करेगा फिर हरियां मारनी शुरू फिर लिए मारे। तो जेड़ा तल्ख होएगा वो की करेगा? तलक ਜਿਹੜਾ ਹੋਏਗਾ ਨਾ ਉਹਦੀ ਜਿਹੜੀ ਨਾ ਅੱਖਾਂ ਤੇ ਸੋਜ ਆ ਜਾਏਗੀ, ਪਰਪਟਿਆਂ ਤੇ ਸੋਜ ਆ ਜਾਏਗੀ। पर बटे तो सो जाए। ਹਾਂਜੀ, ਅਗਰ ਗੌਰ ਕਰੋ ਕਬੂਤਰ ਦੀ ਅਕਸਰ ਕਬੂਤਰ ਜਿਸਾ ਬਾਜਰਾ ਖਾ ਕੇ ਭੁੱਲ ਜਾਂਦੇ, ਇਹਨੇ ਕੋਈ ਇਸ ਸ਼ਕਲ ਚ ਆ ਜਾਏਗਾ। ठीक हो गया। तो वेट किस तरह दी मारेगा? ਵੇਠੋ ਵੀ ਹਰੀ ਮਾਰੇਗਾ, वो भी हरी मारेगा, वो पानी वाली मारेगा ਬਲਕਿ ਕਾਲੀ ਹਰੀ ਮਾਰੇਗਾ। काली हरी मारेगा। लो जी जान भी ਤੁਹਾਡੇ ਦੋਵੇਂ ਸਵਾਲ ਹੋ ਗਏ। ਅੱਛਾ ਉਸਤਾਦ ਜੀ ਸਾਨੂੰ ਕੋ ਗੋਲੀ ਗੋਲੀਆਂ ਸਾਰੀ ਦੁਨੀਆ ਮਜ਼ਾਇਲ ਦੱਸੋ ਨਾ, ਦੱਸਦੀ ਹੈ ਦੁਨੀਆ, ਦੱਸੋ ਉਸਤਾਦ ਕੁਲਫੀ ਵਾਲੀ ਭਰੇ ਪਏ ਦੱਸੋ ਕਿਹੜੀ ਲਿਆਉਣੀ ਹੈ? ਐ ਪੂਰੀ ਬਣਾ ਕੇ ਦੱਸਣੀ ਜੇ ਗੋਲੀ, ਯਾਰ ਮੈਂ ਗੋਲੀ ਦੱਸਣੀ ਜੇ ਸਾਨੂੰ, ਮੈਂ ਨਹੀਂ ਜੇ ਝੁੱਠਣਾ ਅੱਜ। ਸਾਰ ਬੜੀਆਂ ਸੋਹਣੀਆਂ ਗੱਲਾਂ ਕਿਤੇ ਸੰਭਾਲ ਦਸੀਏ, ਸਾਰਾ ਕੁਝ ਤੁਸੀਂ ਦੱਸ, ਉੱਟਣ ਵਾਲੀ ਗੋਲੀ ਦੱਸਣੀ ਜੇ। ਮੈਡੀਸਨ ਚ ਕਿ ਦੇਸੀ ਚ? ਜਿੰਦੇ ਤੇ ਤੁਸੀਂ ਰਾਜੀ ਹੋ। ਮੈਡੀਸਨ ਦੇਣੀ ਹੈ, ਮੈਡੀਸਨ ਦੇ ਦਿਓ, ਦੇਸੀ ਦੇਣੀ ਸਭ ਤੋਂ ਵੱਡੀ ਗੱਲ ਮੈਂ ਤੇ ਹੈ ਜੇੜ ਦਾ ਪਲੇਅਰ। ਦੇਖੋ ਜੀ ਮੈਂ ਕੱਲ ਅਸੀਂ ਤੁਹਾਨੂੰ ਅਸੂ ਦੇ ਲੱਗਣੇ ਆ, ਅਸੀਂ ਤੁਹਾਨੂੰ ਠੰਡੇ ਮੌਸਮ ਦੇ ਲੱਗਣੇ ਆ, ਦੱਸੋ ਜ਼ਰਾ ਸਾਨੂੰ। ਜੇੜ ਦੇ ਵਿੱਚ ਜਿਹੜਾ ਤੁਹਾਡੀ ਮੈਡੀਸਨ ਦਾ ਵੀ ਕੰਮ ਨਹੀਂ ਹੈਗਾ, ਤੁਹਾਡੇ ਉੱਥੇ ਦੇਸੀ ਕੰਮ ਸਹੀ ਕਰ ਦਿਓ। ਚਲੋ ਦੋਵੇਂ ਦੱਸ ਦਿਓ ਜਿਹੜਾ ਦਿਲ ਕਰਦਾ, ਜੇ ਇੱਕ ਦੱਸ ਦਿਓ ਜਿਹੜਾ ਤੁਹਾਡੀ ਪਸੰਦੀਦਾ ਇੱਕ ਗੋਲੀ ਸਾਨੂੰ ਸਾਡੀ ਨਜ਼ਰ ਕਰ ਦਿਓ। ਨਹੀਂ ਜਨਾਬ, ਅਸੀਂ ਕੋਈ ਗੱਲ ਨਹੀਂ, ਉਹ ਭਰਾਵਾਂ ਦਾ ਫਾਇਦਾ ਕਰਨ ਦਾ ਪੂਰਾ ਕਰਨਾ ਚਾਹੀਦਾ। ਅਸਲ ਦੇ ਵਿੱਚ ਲੋਕ ਇਸ ਗੱਲ ਨੂੰ ਤਸਲੀਮ ਕਰਨਗੇ ਇਨਸ਼ਾਅੱਲਾ ਜਿਹੜੀ ਮੈਂ ਗੱਲ ਕਰਾਂ। ਜੀ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਸਾਡਾ ਆਪਣਾ ਮੁਖਤਲਿਫ ਜਿਹਾ ਤਰੀਕਾ ਕਰ, ਅਸੀਂ ਉਹ ਪੀਲੇ ਸਾਖੀਏ ਦੇ ਵਿੱਚ ਬਾਜਰਾ ਬਣਾਉਂਦੇ ਆ, ਅਸੀਂ ਕਬੂਤਰ ਨੂੰ ਮੱਖਣ ਲਾ ਕੇ ਬਾਜਰੇ ਨੂੰ ਮੱਖਣ ਲਾ ਕੇ ਕਬੂਤਰਾਂ ਨੂੰ ਪਾਉਂਦੇ ਆ। ਉਹ ਇਸ ਤੋਂ ਵੱਡੀ ਮੈਡੀਸਨ ਰੂਏ ਜ਼ਮੀਨ ਤੇ ਨਹੀਂ ਹੋ ਸਕਦੀ। ਇਹ ਤਾਂ ਮੈਂ ਦੱਸ ਦਿਆਂ, ਐਡੀ ਬੜੀ ਮੈਂ ਗੱਲ ਕਰ ਦਿੱਤੀ। ਹੁਣ ਤੁਸੀਂ ਜਵਾਬ ਪੁੱਛੋ ਕਿਸਾ ਬਣਾ ਵਾ ਤਾਂ ਦੱਸੋ। ਪੀਲਾ ਸਾਖੀਆ ਹੁੰਦਾ ਤੇ ਕਾਨੀ ਸਾਖੀਆ ਹੁੰਦਾ। ਇਹਨਾਂ ਦਾ ਅਸੀਂ 1.5 ਕਿਲੋ ਜਾਂ 3 ਕਿਲੋ ਦੁੱਧ ਲੈਂਦੇ ਆ। ਅਸੀਂ ਇਹਨੂੰ ਲੈਦਾ ਕਾਨੀ ਨੂੰ ਵੱਖਰਾ, ਪੀਲੇ ਨੂੰ ਵੱਖਰਾ। ਅਸੀਂ ਇਹਨੂੰ ਪਹਿਲਾਂ ਤੇ ਇਹਦਾ ਪ੍ਰੋਸੀਜਰ ਰਹਿ ਕੇ ਸਾਖੀਏ ਨੂੰ ਮਾਰਨਾ ਪੈਂਦਾ। ਇਹਨੂੰ ਨਮਕ ਲੈ ਕੇ ਕਮ 3 ਕਿਲੋ ਨਮਕ ਹੋਵੇ, ਉਹਦੇ ਵਿੱਚ ਇਹਨੂੰ ਨਾ 15 ਦਿਨ ਰੱਖਣਾ ਪੈਂਦਾ। ਸੈਂਖੀਆ ਜ਼ਹਿਰ ਹੁੰਦਾ ਜੇ। ਹਾਂਜੀ, ਇਹ ਸੁਣ ਲਓ, ਇਹ ਜ਼ਹਿਰ ਹੁੰਦਾ ਜੇ। ਠੀਕ ਹੈ ਜੀ, ਇੱਕ ਮਿੰਟ ਸਤਾ ਜੀ। ਸੈਂਖੀਆ ਜ਼ਹਿਰ ਹੁੰਦਾ ਜੇ ਦੋਸਤੋ, ਯਾਦ ਰੱਖਿਆ ਜੇ। ਐਵੇਂ ਨਾ ਹੋਵੇ ਕਿ ਹੱਥ 'ਚ ਫੜ ਕੇ ਤੇ ਜ਼ਬਾਨ ਤੇ ਉਂਗਲੀ ਲਾ ਲਿਆ ਜੇ, ਫਿਰ ਉਸਤਾਦ ਜੀ ਤੁਸੀਂ ਫਾਰਮੂਲਾ ਰਹਿਣੀ ਜੀ, ਸੈਂਖੀਆ ਲਾ ਰਹਿਣ ਦਿਓ, ਕਿਉਂਕਿ ਮਰਨਾ ਨਹੀਂ ਲੋਕਾਂ ਕੋਲ। ਕਬੂਤਰ ਵੀ ਮਾਰ ਸਕਦਾ, ਨਹੀਂ ਮਰਨਾ ਨਹੀਂ ਲੋਕਾਂ ਕੋਲ। ਇੱਕ ਗੱਲ ਕਨਫਰਮ ਹੈ, ਜਿਹੜੀ ਮਾਰਨ ਵਾਲੀ ਦਵਾਈ ਹੈ ਨਾ, ਉਹਨਾਂ ਲੋਕਾਂ ਨੂੰ ਦਿਆ ਕਰੋ। ਦੀ ਵਜ੍ਹਾ ਪਤਾ ਕੀ, ਲੋਕਾਂ ਕੋਲ ਮਰਨਾ ਨਹੀਂ। ਚਲੋ ਇੱਕ ਸਾਡੇ ਤੇ ਆਸਾਨ ਕਰ ਛੱਡੋ, ਇੱਕ ਆਸਾਨ ਕੱਖ ਨਹੀਂ ਤੁਹਾਡੇ ਕੋਲ ਪੁੱਛਾਂਗਾ ਅੱਗੋਂ,
ਸਲੂਟ ਕਰਾਂਗਾ ਸਾਰੀ ਜ਼ਿੰਦਗੀ। ਸਾਨੂੰ ਮੁਸ਼ਕਪੁਰ ਮਾਰਨ ਦਾ ਕੋਈ ਤਰੀਕਾ ਦੱਸ ਦੇ। ਤੁਸੀਂ ਉਹ ਬੰਦੇ ਦੀ ਰਾਗ ਫੜਦਾ ਜਿਹੜੀ ਲੋ ਜੀ ਇਹ ਸਾਡੇ ਤੇ ਸਾਨ ਕਰ ਚਲੋ ਜੀ। ਠੀਕ ਹੈ ਜਨਾਬ। ਉਸਤਾਦ ਜੀ ਦੁਨੀਆ ਮੁਸ਼ਕਪੁਰ ਤੋਂ ਇੰਨਾ ਕੁ ਲੁੱਟਦੀ ਹੈ ਪਈ, ਤੁਹਾਡੀ ਸੋਚ ਹੈ, ਕਿਉਂਕਿ ਮੈਨੂੰ ਤੇ ਪਤਾ ਨਾ ਨਜ਼ਰ ਹੀ ਹੁੰਦਾ ਕਿੱਥੇ ਕੀ ਹੁੰਦਾ, ਇੰਨਾ ਕੁ ਲੁੱਟਦੀ ਵੇ ਕਦੀ ਮਾਰਨੀ ਦੱਸ ਦਿਓ ਨਾ। ਚਲੋ ਜੀ ਮੇਰਾ ਮੁਸ਼ਕਪੁਰ ਮਰਿਆ ਕਿਸੇ ਦਾ ਨੁਕਸਾਨ ਕਰੇ ਹੈ ਜੀ ਤੇ ਅਸੀਂ ਦੋਵੇਂ ਜ਼ਿੰਮੇਦਾਰ ਆ। ਗੱਲ ਸੁਣੋ, ਜੇ ਮੇਰਾ ਮੁਸ਼ਕਪੁਰ ਅੱਛੇ ਕਬੂਤਰ ਨਾ ਡਾਵੇ, ਮੇਰਾ ਕਿਆ ਹੋਇਆ ਕਬੂਤਰ ਮਜ਼ਾ ਨਾ ਕਰਵਾਵੇ ਤਾਂ ਸਾਥ ਜੀ ਫਿਰ ਮਜ਼ਾ ਤਾਂ ਨਾ। ਨਹੀਂ ਮੈਂ ਪੁੱਛਿਆ ਵੀ ਤਾਂ ਮੈਂ ਕਦੀ ਇਹ ਸਵਾਲ ਨਹੀਂ ਕਿਸੇ ਨੂੰ ਪੁੱਛਿਆ। 62 ਸਾਲ ਦਾ ਹੋ ਗਿਆ ਵਾ ਤੇ ਜ਼ਿੰਦਗੀ ਦੇ ਤਜਰਬੇ ਕੀਤੇ ਨੇ ਔਰ ਮੈਂ ਹਮੇਸ਼ਾ ਤਜਰਬੇ ਕਰਦਾ ਵੀ ਰਹਿਣਾ। ਹਾਂਜੀ ਮੈਂ ਕਦੀ ਇੱਕ ਮੋੜ ਤੇ ਨਹੀਂ ਖੜਦਾ। ਮੈਂ ਕਬੂਤਰਾਂ ਆਪਣੇ ਦੀ ਤਜਰਬਾ ਕਰਦਾ ਰਹਿੰਦਾ ਔਰ ਆਪਣੇ ਦਾਣੇ ਪਾਣੀ ਦੀ ਤਜਰਬਾ ਕਰਦਾ। ਉਸਤਾਦ ਜੀ ਤੁਸੀਂ ਗ੍ਰੇਡ ਪਰ ਲੋ, ਅੱਲਾਹ ਤੁਹਾਨੂੰ ਜ਼ਿੰਦਗੀ ਦੇ। ਔਰ ਦੇਖੋ ਤੁਹਾਡੇ ਸਾਹਮਣੇ ਪੂਰੇ ਰੂਹੇ ਜ਼ਮੀਨ ਤੇ ਮੇਰਾ ਅੱਲਾ ਪਾਣੇ ਲਾਉਂਦਾ। ਹਾਂਜੀ ਇਹ ਅੱਲਾ ਦੀ ਜ਼ਾਤ ਸਿਰਫ ਉਸਤਾਦ ਜੀ ਸੱਚੀਆਂ ਗੱਲਾਂ ਕਰਦੇ ਹੋ ਸੱਚੀਆਂ ਗੱਲਾਂ ਤਾਂ ਦੱਸੋ ਸਾਨੂੰ ਮੁਸ਼ਕਪੁਰ ਕਿਵੇਂ ਮਾਰੀ। ਮੁਸ਼ਕਪੁਰ ਲੈਣਾ ਭਾਜੀ, ਹੁਣ ਦੇਖੋ ਸੁਣੋ ਗੱਲ ਅੱਜ ਮੈਂ ਤੁਹਾਨੂੰ ਯਾਦ ਕਰੋਗੇ ਤੁਹਾਡੇ ਚੈਨਲ ਤੇ ਥਰੂ ਅਸੀਂ ਦੱਸਦੇ ਹਾਂ ਔਰ ਇਨਸ਼ਾਅੱਲਾ ਇੱਕ ਪਰਫੈਕਟ ਗੱਲ ਹੈ। ਇਹ ਕੋਈ ਇਧਰ ਹਾਈ ਮਾਈ ਵਾਲੀ ਗੱਲ ਨਹੀਂ ਹੈ। ਠੀਕ ਹੈ। ਇਹ ਮੁਸ਼ਕਪੁਰ ਦਾ ਤਰੀਕਾਕਾਰ ਹੈਗਾ ਕਿ ਤੁਸੀਂ ਅੱਛਾ ਹੈ ਮੁਸ਼ਕਪੁਰ ਲਵੋ। ਐਵੇਂ ਲੋਕਾਂ ਨੇ ਡਰਾਮੇ ਕੀਤੇ ਨੇ, ਇੰਜ ਮੁਸ਼ਕਪੁਰ ਮਰਦਾ, ਇੰਜ ਮਰਦਾ, ਇੰਜ ਕਰ ਦਿਓ, ਇੰਜ ਕਰ ਦਿਓ। ਮੁਸ਼ਕਪੁਰ ਦਾ ਵਿੱਚ ਕੋਈ ਨਸ਼ਾ ਨਹੀਂ ਹੈਗਾ, ਇਹ ਤਾਂ ਮੈਂ ਦੱਸ ਦਿਆਂ। ਤੁਹਾਨੂੰ ਕਬੂਤਰ ਨੂੰ ਆਪਣਾ ਦਾਣਾ ਪਾਣੀ ਕਰਨਾ ਪੈਣਾ। ਮੁਸ਼ਕਪੁਰ ਦਾ ਸਿਰਫ ਇਹ ਹੈ ਕਿ ਜਿਸ ਵੇਲੇ ਕਬੂਤਰ ਗੁਰਾਈ ਕਰ ਜਾਂਦਾ ਨਾ, ਗਰਮੀ ਹੁੰਦੀ ਹੈ ਜਿਸ ਵੇਲੇ, ਫਿਰ ਕਬੂਤਰ ਜਿਸ ਤਰ੍ਹਾਂ ਗਰਮੀ ਚ ਵੱਢਦਾ ਅੱਗੇ ਜਿਸ ਤਰ੍ਹਾਂ ਗਰਮ ਹਵਾ ਸਿੱਧੇ ਲਫ਼ਜ਼ਾਂ ਚ ਕਹੋ 45-46 ਟੈਂਪਰੇਚਰ ਵਿੱਚ ਬਗੈਰ ਮੁਸ਼ਕਪੁਰ ਤੋਂ ਕਬੂਤਰ ਨਹੀਂ ਉੱਠਦਾ। ਠੀਕ ਹੈ ਨਾ। ਉਹਦਾ ਸਿਰਫ ਇੱਕੋ ਹੀ ਇੱਕ ਕਬੂਤਰ ਦੀ ਨਾਸਾ ਥਾਣੀ ਹਵਾ ਜਾਂਦੀ ਹੈ ਜਾਂ ਗਲੇ ਥਾਣੀ ਹਵਾ ਜਾਂਦੀ ਹੈ, ਉਹ ਸਮਝਦਾ ਕਿ ਮੈਂ ਸਿਆਲ ਚ ਉੱਡਣ ਡਿਆ, ਮੇਰੇ ਵਾਸਤੇ ਸਿਆਲ ਹੀ ਹੈ। ਠੀਕ ਹੈ। ਯਾਨੀ ਕਿ ਉਹ ਇਸ ਤਰ੍ਹਾਂ, ਲੇਕਿਨ ਉਹਦਾ ਆਏ ਕਬੂਤਰ ਉਹਨੂੰ ਸੰਭਾਲਣਾ ਵੀ ਬੜਾ ਮੁਸ਼ਕਿਲ ਜਿਹਾ ਕੰਮ ਹੈ। ਲੇਕਿਨ ਇਹ ਵੀ ਮੈਂ ਦੱਸ ਦਿਆਂ ਵੀ ਕਿੱਸਾ ਸਮਝਾਈਦਾ, ਜਦੋਂ ਮੁਸ਼ਕਪੁਰ ਦੱਸਣਾ ਤੇ ਸਮਝਾਉਣ ਦਾ ਤਰੀਕਾ ਵੀ ਦੱਸਦਾ। ਉਹ ਤਰੀਕਾ ਕਰ ਹੈ ਕਿ ਅਸੀਂ ਲੈਂਦੇ ਸ਼ਤੂਤਾਂ ਦਾ ਸ਼ਰਬਤ, ਗੋਲਾ ਨਹੀਂ ਦੇ। ਇੱਕ ਮਿੰਟ ਉਸਤਾਦ ਮੇਰੀ ਬੈਟਰੀ ਹੈ ਥੋੜੀ, ਮੈਂ ਨਾ ਚਾਹੁੰਦਾ ਨਹੀਂ ਕਿ ਮੁੱਕੇ 7% ਬੈਟਰੀ। ਠੀਕ ਹੈ ਤੇ ਇਹਦੀ ਵੀਡੀਓ ਰਿਕਾਰਡ ਨਾ ਕਰ ਲਈ, ਮੇਰੀ 7% ਬੈਟਰੀ ਹੈ, ਬੰਦ ਹੋ ਜਾਣਾ ਤੁਹਾਡੀ ਗੱਲ ਕਰਦਿਆਂ। ਨਹੀਂ ਮੈਂ ਜਲਦੀ ਕਰ ਦੇਣਾ ਗੱਲ, ਕਰ ਦਿਓ। ਸ਼ਤੂਤਾਂ ਦਾ ਸ਼ਰਬਤ ਲੈਣਾ। ਠੀਕ ਹੈ। ਠੀਕ ਹੈ ਜੀ। ਬਣਿਆ ਪੰਸਾਰੀ ਤੋਂ। ਪੰਸਾਰੀ ਦੇ ਦੋ ਅੱਛਾ ਹਮ ਕਰਦਾ ਲਾ ਕੇ ਕਰਸ਼ੀ ਦਾ ਜਿਹੜਾ ਬੜੇ ਲੋ ਅੱਛਾ ਬਣਿਆ ਹੋਗਾ। ਠੀਕ ਹੈ। ਠੀਕ ਹੈ। ਮੁਸ਼ਕਪੁਰ ਲੈਣਾ 2-4 ਟਿੱਕੀਆਂ, ਇੱਕ ਬੋਤਲ ਦੇ ਵਿੱਚ ਅਸੀਂ ਤੇ 12 ਟਿੱਕੀਆਂ ਪਾਣੇ। ਜਿਹੜੀ ਉਹ ਬੋਤਲ ਹੁੰਦੀ ਹੈ 1.5 ਲੀਟਰ ਵਾਲੀ, ਅਸੀਂ 12 ਟਿੱਕੀਆਂ ਪਾ ਕੇ ਮੁਸ਼ਕਪੁਰ ਨੂੰ ਉਹਦੇ ਵਿੱਚ ਪਾ ਦੇਣਾ ਸ਼ਰਬਤ ਦੇ ਵਿੱਚ। ਸ਼ਰਬਤ ਤੂਤਾਂ ਦਾ ਲੈਣਾ। ਹਾਂਜੀ ਠੀਕ ਹੈ ਨਾ। ਤੂਤਾਂ ਦਾ ਸ਼ਰਬਤ ਹੀ ਆ ਜਾਂ ਸ਼ਤੂਤ ਖਾਈ ਦੇ। ਹਾਂਜੀ ਪਤਾ। ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਤੁਸੀਂ ਨਾ ਉਹਦੇ ਚ ਨਾ ਲੌਂਗ ਪਾਣੇ ਨੇ ਤਕਰੀਬਨ 1 ਸਟਾਕ ਲੌਂਗ। ਹਾਂਜੀ 1 ਸਟਾਕ ਲੌਂਗ ਉਹਦੇ 1 ਸਟਾਕ ਪਾ ਦੇਣਾ। ਠੀਕ ਹੈ। ਮੁੜ ਕੇ ਕੁਜੀ ਜਿਹੜੀ ਹੁੰਦੀ ਨਾ, ਜਿਹੜੀ ਆਟੇ ਦੀ ਉਹਦੀ ਕੱਚੀ ਕੁਜੀ ਹੁੰਦੀ, ਕੁਝ ਕੱਚਾ ਭਾਂਡਾ ਲੈਣਾ ਕੋਈ। ਠੀਕ ਹੈ। ਉਹਦੇ ਰੱਖ ਕੇ ਉੱਤੇ ਲਾ ਕੇ ਚੰਗੀ ਤਰ੍ਹਾਂ ਆਟਾ ਲਾ ਕੇ, ਬਲਕਿ ਅਸੀਂ ਆਟਾ ਨਹੀਂ ਲਾਉਂਦੇ, ਅਸੀਂ ਸੀਮਨ ਲਾ ਦਿੰਦੇ ਤਾਂ ਕਿ ਇਹ ਖੁੱਲਣ ਦੀ ਗੁੰਜਾਇਸ਼ ਹੀ ਨਾ ਹੋਵੇ। ਠੀਕ ਹੈ। ਤਾਂ ਕਿ ਹਵਾ ਦੀ ਗੁੰਜਾਇਸ਼ ਨਾ ਰਹੇ। ਆਟੇ ਤੇ ਕਿਤੇ ਲੀਕ ਹੋ ਜਾਏਗਾ, ਨਰਮ ਹੋ ਜਾਏਗਾ, ਲਿਗ ਜਾ। ਅਸੀਂ ਸੀਮਨ ਲਾ ਦਿੰਦੇ। ਠੀਕ ਹੈ। ਸੀਮਨ ਲਾ ਕੇ ਤੇ ਜਿਹੜੇ ਰੂੜੀਆਂ ਨਹੀਂ ਹੁੰਦੀਆਂ, ਹਾਂਜੀ ਹਾਂਜੀ, ਕਈ ਦੇ ਨਾਲ ਚੰਗਾ ਟੋਇਆ ਕਰਕੇ ਰੂੜੀ ਦਾ, ਤੇ ਰੂੜੀ ਦੇ ਵਿੱਚ ਨਾ ਆਪਾਂ ਉੱਤੇ ਰੂੜੀ ਫੇਰ ਪਾ ਦਈਦੀ। ਠੀਕ ਹੈ ਜੀ। ਉਹ ਰੂੜੀ ਦਾ ਸੇਕ ਇੰਨਾ ਹੁੰਦਾ ਹੈ ਤੁਹਾਡੀ ਸੋਚ ਨੂੰ ਪਤਾ ਮੈਨੂੰ। ਠੀਕ ਹੈ। ਠੀਕ ਹੈ। ਅਸੀਂ ਤਕਰੀਬਨ 25 ਤੋਂ 30 ਦਿਨ ਮਹੀਨਾ ਸਮਝ ਲਓ ਉਹਨੇ ਉੱਥੇ ਹੀ ਰਹਿਣਾ। ਮਹੀਨੇ ਬਾਅਦ ਅਸੀਂ ਕੁਝ ਆਪਣੀ ਕੱਢ ਕੇ ਲੈਣੀ। ਠੀਕ ਹੈ। ਠੀਕ ਹੈ ਜੀ। ਕੁਝ ਕੱਢ ਕੇ ਲਿਆ ਕੇ ਤੇ ਉੱਤੋਂ ਖੋਲ ਕੇ ਤੇ ਅਸੀਂ ਲੌਂਗਾਂ ਨੂੰ ਬਾਹਰ ਕੱਢ ਲੈਣਾ। ਠੀਕ ਹੈ। ਠੀਕ ਹੈ। ਬਕਾਇਆ ਸਮਾਨ ਸਾਰਾ ਸੁੱਟ ਦੇਣਾ, ਸਾਰਾ ਸਮਾਨ ਸੁੱਟ ਦੇਣਾ। ਅਸੀਂ ਲੌਂਗਾਂ ਨੂੰ ਖੁਸ਼ਕ ਕਰਕੇ ਅੱਛੇ ਤਰੀਕੇ ਨਾਲ ਖੁਸ਼ਕ ਕਰ ਲੈਣਾ। ਖੁਸ਼ਕ ਕਰਕੇ ਅਸੀਂ ਲੌਂਗ ਰਗੜ ਲੈਣਾ। ਲੌਂਗ ਰਗੜ ਕੇ ਡੱਬੀ ਪਾ ਲੈਣਾ। ਉਹ ਤੁਹਾਡਾ ਮੁਸ਼ਕਪੁਰ ਤਿਆਰ ਹੋ ਗਿਆ। ਐਸੇ ਕੋਈ ਪੂਰੇ ਪਾਕਿਸਤਾਨ ਕੀ ਪੂਰੀ ਦੁਨੀਆ ਦੇ ਮੈਨੂੰ ਐਸਾ ਮੁਸ਼ਕਪੁਰ ਦੱਸਿਆ ਕਿਸਾ ਮਰਦਾ। ਇਹ ਲੌਂਗ ਹੈ ਨਾ, ਇਸ ਜਿਹੜਾ ਸਾਰਾ ਅਸਲ ਮੁਸ਼ਕਪੁਰ ਦੇ ਵਿੱਚ ਆ ਗਿਆ ਹੁੰਦਾ। ਆ ਗਿਆ। ਠੀਕ ਹੈ ਜੀ। ਇਹ ਹੀ ਤੁਸੀਂ ਇਸਤੇਮਾਲ ਕਰਨਾ, ਤੁਹਾਨੂੰ ਮਜ਼ਾ ਆਏ। ਇਹ ਮੇਰੇ ਟਿਪ ਹੈ ਜੀ ਭਾਈ ਜੀ ਸਭ ਤੁਹਾਡੇ ਵਾਸਤੇ। ਨਹੀਂ ਜੀ ਮੇਰੇ ਵਾਸਤੇ ਨਹੀਂ, ਮੇਰੇ ਦੋਸਤਾਂ ਵਾਸਤੇ। ਠੀਕ ਹੈ ਜੀ। ਇਸ ਤਰ੍ਹਾਂ ਇਸਤੇਮਾਲ ਤੇ ਮੁਸ਼ਕਪੁਰ ਦਾ ਕਬੂਤਰ ਜਿਹਨੂੰ ਤੁਸੀਂ ਮੁਸ਼ਕਪੁਰ ਦੇਣੀ ਹੈ ਨਾ,
ਉਹਨੂੰ ਆਉਂਦੇ ਨੇ ਗਰਮ ਖੁਰਾਕ ਦੇਣੀ, ਜਿੰਨੀ ਨੂੰ ਗਰਮ ਖੁਰਾਕ ਦੇ ਸਕਦੇ ਇਹ ਤੇ ਇੱਕ ਹਕੀਕਤ ਹੈ। ਮੁਸ਼ਕਪੁਰ ਵਾਲੇ ਕਬੂਤਰ ਨੂੰ ਹੁੰਦੇ ਤੁਸੀਂ ਤੁਹਾਨੂੰ ਗਰਮੀ ਨਾਲ ਹੀ ਸਾਹਮਣਾ ਪੈਣਾ। ਹਾਂ, ਉਹਨੂੰ ਗਰਮ ਖੁਰਾਕ ਦਿਓਗੇ ਤੇ ਤੁਹਾਡਾ ਕਬੂਤਰ ਇਹ ਚੱਲੇਗਾ। ਕਬੂਤਰ ਜਿਹੜਾ ਤੁਸੀਂ ਪਾਊਡਰ ਦੱਸਿਆ ਕਿੰਨੇ ਵਜੇ ਲਾਣਾ ਚਾਹੀਦਾ ਅੰਦਾਜ਼ਾ? ਅਸੀਂ ਤਾਂ 5 ਮਿੰਟ ਪਹਿਲਾਂ ਲੈਣੇ, 2 ਮਿੰਟ ਪਹਿਲਾਂ। ਮੁਸ਼ਕਪੁਰ ਲੱਗਦਾ ਵੀ ਇਸੇ ਟਾਈਮ ਤੇ। ਅਸੀਂ ਦ੍ਰਿਕਸ਼ ਦੀ ਗੋਲੀ ਲੈਨੇ ਆ, ਦ੍ਰਿਕਸ਼ ਵਾਲੀ ਚੌੜੀ ਕਰਕੇ ਉਹਦੇ ਵਿੱਚ ਚਿਮਟੀ ਦੇ ਨਾਲ ਉਹ ਜਿਹੜਾ ਪਾਊਡਰ ਬਣਾਇਆ ਹੁੰਦਾ ਉਹ ਵਿੱਚ ਪਾ ਦਿੱਤਾ, ਉਹ ਬੰਦ ਕਰ ਦਿੰਦੇ। ਇੱਕ ਹੀ ਯਾਨੀ ਕਿ ਦ੍ਰਿਸ਼ਕ ਦੇ ਉੱਤੇ ਰੱਖ। ਹਾਂਜੀ, ਇੱਕ ਚਲੋ ਲਓ ਜੀ, ਲਵ ਯੂ ਹੋ ਗਿਆ। ਠੀਕ ਹੋ ਗਿਆ। ਪਾਕਿਸਤਾਨ ਜ਼ਿੰਦਾਬਾਦ। ਤੂੰ ਐਵੇਂ ਵੀਡੀਓ ਬਣਾ ਕੇ ਲਓ ਜੀ ਦੋਸਤੋ, ਆ ਮੇਰਾ ਸਭ ਤੋਂ ਵੱਡਾ ਤੋਹਫਾ ਜੀ ਤੁਹਾਨੂੰ ਮੁਸ਼ਕਪੁਰ ਵਾਲੀ ਗੋਲੀ ਦਾ। ਸਾਂਭ ਲਿਆ ਜੀ ਇਹਨੂੰ ਜਿਹੜਾ ਸਾਂਭ ਸਕਦਾ ਹੈ।